सत श्री अकाल। ऑन एयर टीवी ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਆਖਿਆ ਹੈ ਕਿ ਅੰਦੋਲਨ ਕਾਨੂੰਨ ਰੱਦ ਹੋਣ ਤੱਕ ਚੱਲੇਗਾ, ਅਸੀਂ ਕਾਨੂੰਨਾਂ ਤੇ ਰੋਕ ਲਗਾਉਣ ਦੇ ਲਈ ਨਹੀਂ, ਰੱਦ ਕਰਵਾਉਣ ਦੇ ਲਈ ਆਏ ਹਾਂ। ਤੇ ਕਿਸਾਨ ਜਥੇਬੰਦੀਆਂ ਦੇ ਫੈਸਲੇ ਤੋਂ ਬਾਅਦ ਜੰਤਰ ਮੰਤਰ ਤੇ ਧਰਨਾ ਦੇ ਰਹੇ ਕਾਂਗਰਸ ਤੇ ਪੰਜਾਬ ਦੇ ਸੰਸਦ ਮੈਂਬਰਾਂ ਤੇ ਐਮਐਲਏਜ਼ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਵੀ ਆਪਣਾ ਧਰਨਾ ਨਹੀਂ ਚੁੱਕਾਂਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ। ਸਾਡੇ ਨਾਲ ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹੋਣੀ ਨੇ ਜਿਹੜੇ ਕਿ ਪਿਛਲੇ 37 ਦਿਨ ਤੋਂ ਲਗਾਤਾਰ ਆਪਣੇ ਪਾਰਟੀ ਦੇ ਹੋਰ ਅਹੁਦੇਦਾਰ ਸੰਸਦ ਮੈਂਬਰ ਤੇ ਐਮਐਲਏਜ਼ ਦੇ ਨਾਲ ਜੰਤਰ ਮੰਤਰ ਦੇ ਉੱਤੇ ਦਿਨ ਰਾਤ ਧਰਨਾ ਦੇ ਰਹੇ ਨੇ। ਰਵਨੀਤ ਜੀ, ਕਿਵੇਂ ਦੇਖਦੇ ਹੋ ਸੁਪਰੀਮ ਕੋਰਟ ਦੇ ਫੈਸਲੇ ਨੂੰ? ਕਿਸਾਨ ਜਥੇਬੰਦੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਤੁਸੀਂ ਵੀ ਧਰਨਾ ਚੁੱਕਣ ਤੋਂ ਮਨਾ ਕਰ ਰਹੇ ਹੋ। ਪਹਿਲੀ ਗੱਲ, ਤੁਸੀਂ ਆਪਣੇ ਆਪ ਨੂੰ ਵਿੱਚੋਂ ਨਾ ਕੱਢਿਆ ਕਰੋ ਜੀ। ਜੇ ਇਹ 4 ਮਹੀਨੇ ਦਾ ਸੰਘਰਸ਼ ਆ ਤੇ ਤੁਹਾਡਾ ਪੰਜਾਬ ਵਾਲੇ ਮੀਡੀਆ ਦਾ ਵੀ ਉਦਣ ਦਾ ਹੀ ਕਰਨਾ, ਆਪਣੇ ਆਪ ਨੂੰ ਵੀ ਲਿਆ ਕਰੋ ਵੀ ਅਸੀਂ ਵੀ ਤੇ ਤੁਸੀਂ ਵੀ। ਇਸ ਕਰਕੇ ਤੁਸੀਂ ਸਾਡੇ ਨਾਲੋਂ ਵੀ ਵੱਧ ਤਕਲੀਫ ਕੱਟ ਰਹੇ ਹੋ ਤੇ ਆਪਾਂ, ਕਿਉਂਕਿ ਸਾਰੇ ਪੰਜਾਬੀ ਆ, ਸਾਡਾ ਧਰਨਾ ਤਾਂ ਰੋਜ਼ ਵੱਧ ਰਿਹਾ ਜੀ। ਆ ਜਲਾਲਪੁਰ ਜੀ ਐਮਐਲਏ ਸਾਹਿਬ ਬੈਠੇ ਆ, ਇੱਧਰ ਰਾਜਪੁਰੇ ਤੋਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਬੈਠੇ ਅੱਜ ਆਏ ਤੇ ਰੋਜ਼, ਜਿਵੇਂ ਤੁਹਾਨੂੰ ਪਤਾ, ਐਮਐਲਏ ਆਪਣੀਆਂ ਟੀਮਾਂ ਸਾਡੀਆਂ, ਮਾਨਸਾ ਤੋਂ ਸਾਡੇ ਐਮਪੀ ਤਾਂ ਸੀ ਇਸ ਵੇਲੇ ਔਜਲਾ ਸਾਹਿਬ, ਡਿੰਪਾ ਜੀ, ਸਾਰੇ ਹੋਰ ਲੱਕੀ ਜੀ, ਇਹ ਤਾਂ ਸਾਰੇ ਬੈਠੇ ਹੀ ਆ, ਤੁਹਾਡੇ ਮੂਹਰੇ ਹੀ ਆ। ਤੇ ਅਸੀਂ ਤੁਹਾਡੇ ਨਾਲ ਇਹ ਔਨ ਰਿਕਾਰਡ ਕਿਹਾ ਸੀ ਵੀ ਜਿੱਦਣ ਕਿਸਾਨ ਉੱਠਣਗੇ ਉਦੋਂ ਅਗਲੇ ਦਿਨ ਉੱਠਾਂਗੇ। ਤੇ ਇਸ ਕਰਕੇ ਅੱਜ ਤਾਂ ਸੁਪਰੀਮ ਕੋਰਟ ਨੇ, ਦੇਖੋ, ਸੁਪਰੀਮ ਕੋਰਟ ਬਹੁਤ ਸਤਿਕਾਰਯੋਗ, ਮਾਣਯੋਗ, ਸਾਡਾ ਸਿਰ ਝੁਕਦਾ ਜੀ, ਪਰ ਅੱਜ ਜਦੋਂ ਫੈਸਲਾ ਕਿਸਾਨਾਂ ਨੇ ਵਕੀਲ ਹੀ ਨਹੀਂ ਭੇਜੇ ਆਪਣੇ, ਤੇ ਇਹਦਾ ਮਤਲਬ ਦਿਲ ਟੁੱਟ ਗਿਆ। ਤੇ ਜਿਹੜਾ ਕਮੇਟੀ ਬਣਾਉਣ ਨੂੰ ਇਹ ਕਿਹਾ ਵੀ ਮੈਂ ਜ਼ਬਰਦਸਤੀ ਅਸੀਂ ਮੈਂਬਰ ਪਾਵਾਂਗੇ, ਤੁਸੀਂ ਆਓਗੇ ਕਿਵੇਂ ਨਹੀਂ? ਉਹਨਾਂ ਨੇ ਬਿਲਕੁਲ ਇਹ ਗੱਲ ਸਪਸ਼ਟ ਕੀਤੀ। ਚੀਫ ਜਸਟਿਸ ਨੇ ਆਖਿਆ ਕਿ ਸਾਡੇ ਕੋਲ ਪਾਵਰ ਹੈ ਕਮੇਟੀ ਬਣਾਉਣ ਦੀ, ਮਸਲਾ ਹੱਲ ਕਰਵਾਉਣਾ ਤੇ ਕਮੇਟੀ ਚ ਆਉਣਾ ਪਊਗਾ, ਨਹੀਂ ਤੇ ਮਸਲਾ ਨਹੀਂ ਹੱਲ ਹੋਣਾ। ਦੇਖੋ, ਐਡੀ ਗੱਲ ਕਹਿਣੀ ਪੈ ਗਈ ਤੇ ਫਿਰ ਆਪਾਂ ਨੂੰ ਤਾਂ ਪਤਾ ਵੀ ਕਮੇਟੀਆਂ 'ਚ ਕਿਹਨੇ ਬਹਿਣਾ, ਫੈਸਲਾ ਕਿਹਨੇ ਕਰਨਾ। ਆਹੀ ਤੋਮਰ ਤੇ ਆਹੀ ਪਿਊਸ਼ ਗੋਇਲ ਜਿਨ੍ਹਾਂ ਨਾਲ ਆਪਾਂ 9 ਮੀਟਿੰਗਾਂ ਕਰ ਲੀਆਂ, ਇਹਨਾਂ ਨੇ ਜੇ ਤਾਕਤ ਹੁੰਦੀ ਚੀਫ, ਅੱਜ ਮੈਂ ਦੇਖੋ ਵੱਧ ਘੱਟ ਬੋਲਣ ਦੀ ਇਹ ਨਹੀਂ ਗੱਲ ਹੈ ਵੀ, ਪਰ ਜਦੋਂ ਸਾਡੀ ਮਾਂ ਤੇ ਗੱਲ ਆ ਗਈ, ਸਾਡੇ ਜ਼ਮੀਨ ਆ ਮਾਂ ਏ, ਸਾਡੇ ਜਿਹੜੀ ਫਸਲ ਆ ਪੁੱਤ ਨੇ, ਉਹਨਾਂ ਤੇ ਗੱਲ ਆ ਗਈ, ਸਾਨੂੰ ਕੀ ਕੋਈ ਚੰਗਾ ਲੱਗਦਾ? ਚਾਹੇ ਉਹ ਚੀਫ ਜਸਟਿਸ ਹੋਣ, ਚਾਹੇ ਉਹ ਮੋਦੀ ਸਾਹਿਬ ਹੋਣ, ਉਹਨਾਂ ਨੇ ਵੀ ਅੱਜ ਕੱਲ ਜਿਹੜਾ ਰੁਖ ਸੀਗਾ, ਅੱਜ ਪਤਾ ਨਹੀਂ ਸਰਕਾਰ ਨੇ ਕੀ ਕੀਤਾ ਨਹੀਂ ਕੀਤਾ, ਬੜੇ ਤੋਂ ਬੜੇ ਵਕੀਲ ਸਿੱਟੇ। ਤੇ ਅੱਜ ਜਿਹੜਾ ਉਹ ਕੱਲ, ਕਿਉਂਕਿ ਲਿਖਤੀ ਤਾਂ ਫੈਸਲਾ ਆਇਆ ਨਹੀਂ, ਇਹ ਕਿਹਾ ਵੀ ਇਹ ਮਸਲਾ ਉਲਝਾਉਣਾ ਚਾਹੁੰਦੇ ਆ, ਸੁਲਝਾਉਣਾ ਨਹੀਂ ਚਾਹੁੰਦੇ, ਉਹ ਗੱਲਾਂ ਹੋਰ ਸੀ। ਅੱਜ ਜਦੋਂ ਗੱਲਾਂ ਹੋਰ, ਇੱਕ ਦਿਨ ਪਿਆ ਤੇ 24 ਘੰਟੇ ਬਾਅਦ ਗੱਲਾਂ ਹੋਰ ਆ ਗਈਆਂ। ਜਵੇਂ ਹੀ ਸਰਕਾਰ ਨੇ ਐਸਾ ਦਬਾਅ ਪਾਇਆ, ਸਰਕਾਰ ਨੇ ਐਸਾ ਆਪਣੇ ਜਿਹੜੇ ਜੱਜ ਵਕੀਲ ਭੇਜ ਕੇ, ਮਤਲਬ ਉਹ ਗੱਲ ਹੀ ਹਵਾ ਹੀ ਨਿਕਲ ਗਈ। ਫਿਰ ਉਹ ਕਹਿਣ ਲੱਗੇ ਜੀ ਕਮੇਟੀ ਤਾਂ ਸਾਡੀ 41 ਜਾਣੇ ਜਿਹੜੇ ਰੋਜ਼ ਜਥੇਬੰਦੀਆਂ ਦੇ ਆ ਤੇ 50 ਦੂਜੇ ਪਾਸੇ ਬੰਦੇ ਬਹਿੰਦੇ ਆ, 100 ਤਕਰੀਬਨ ਉਸ ਮੀਟਿੰਗ 'ਚ ਬੰਦਾ ਹੁੰਦਾ, ਤੇ ਤੁਹਾਡੇ 3-4 ਬੰਦਿਆਂ ਨੇ ਕੀ ਹੱਲ ਕੱਢਣਾ? ਤੇ ਜਿਹੜੇ ਨੂੰ ਤੁਸੀਂ ਨਵੇਂ ਬੰਦੇ ਲਾ ਲਓ ਵੀ ਇਹ ਪਤਾ ਲਾਉਣਗੇ ਵੀ ਜਿਨ੍ਹਾਂ ਨੂੰ ਪਤਾ ਏ ਉਹ ਨਹੀਂ ਹੱਲ ਕਰ ਰਹੇ, ਤੁਸੀਂ ਤਾਂ ਨਵੇਂ ਬੰਦੇ ਜਿਹੜੇ ਲਾਓਗੇ ਪਹਿਲਾਂ ਉਹ ਪਤਾ ਕਰਨਗੇ ਵੀ ਕੀ ਬਿੱਲ ਆ, ਉਹਨਾਂ ਨੂੰ ਵਿਚਾਰਿਆਂ ਨੂੰ ਖੇਤੀ ਦਾ ਹੀ ਨਹੀਂ ਪਤਾ। ਜਿਹੜੀ ਸਟੇ ਲੱਗੀ ਹੈ ਇਹਦੇ ਬਾਰੇ ਕੀ ਸੋਚਦੇ ਹੋ? ਇਹ ਤਾਂ ਯਾਰ ਉਹਨਾਂ ਨੇ ਸਾਫ਼ ਕਹਿਤਾ ਵੀ ਸਾਡੇ ਕੋਲ ਤਾਂ ਤਾਕਤ ਹੀ ਨਹੀਂ, ਇਹ ਤਾਂ ਟੈਂਪਰੇਰੀ ਅਸੀਂ ਜਿਹੜੇ ਆ ਉਹ ਰੋਕ ਲਾਉਨੇ ਆ, ਟੈਂਪਰੇਰੀ ਰੋਕ ਲਾਉਨੇ ਆ, ਉਹਦੇ ਵਿੱਚ ਕੋਈ ਉਹਨਾਂ ਨੇ ਟਾਈਮ ਨਹੀਂ ਦਿੱਤਾ, ਕੋਈ ਉਹਨਾਂ ਨੇ ਗੱਲ ਨਹੀਂ ਕੀਤੀ। ਇਹ ਤਾਂ ਪਾਰਲੀਮੈਂਟ ਕੋਲ ਹੀ ਤਾਕਤ ਆ। ਇਹ ਆਪਾਂ ਤਾਂ ਕਮਲੇ ਆ ਲੀਡਰ, ਉਹ ਤਾਂ ਪਹਿਲਾਂ ਹੀ ਕਹਿੰਦੇ ਵੀ ਸੁਪਰੀਮ ਕੋਰਟ ਪਰੇ ਰਹੇ, ਇਹਦੇ ਵਿੱਚ ਉਹ ਕਰ ਨਹੀਂ ਸਕਦੇ ਕੁਝ, ਕਿਉਂਕਿ ਇਹ ਕਾਨੂੰਨ ਪਾਰਲੀਮੈਂਟ ਨੇ ਬਣਾਏ ਆ। ਇਹ ਦੁਬਾਰਾ ਜੇ ਨਵੇਂ ਕਾਨੂੰਨ ਤਾਂ ਪਾਰਲੀਮੈਂਟ 'ਚੋਂ ਬਣਨੇ ਆ, ਤੇ ਪਾਰਲੀਮੈਂਟ 29 ਤਰੀਕ ਨੂੰ ਜਿਹੜਾ ਦੁਬਾਰਾ ਆਉਣ ਵਾਲਾ, ਸਾਨੂੰ ਕੀ ਉਦੋਂ ਘੇਰ ਲਾਂਗੇ, ਪਹਿਲਾਂ ਤਾਂ 26 ਦਾ ਹਿਸਾਬ ਕਰਾਂਗੇ। ਅੱਜ ਤੁਹਾਨੂੰ ਪਤਾ ਕੋਰਟ ਜੱਜ ਸਾਹਿਬ ਨੂੰ, ਜਿਹੜੇ ਖਾਲਿਸਤਾਨੀ ਅੱਜ ਕਹਿੰਦੇ ਆ ਆਪਾਂ ਨੂੰ ਖਾਲਿਸਤਾਨੀ, ਇਹਨਾਂ ਨੇ ਦੱਸਿਆ ਸਾਰਿਆਂ ਨੂੰ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, 12,400 ਪਿੰਡ ਤੋਂ 25 ਟਰਾਲੀਆਂ ਐਮਐਲਏ ਸਬਾਨ ਹੁਣੀ ਦੱਸ ਰਹੇ ਸੀ ਪਟਿਆਲੇ ਤੋਂ, ਆਪਣੇ ਹਲਕੇ ਦੀ ਗੱਲ ਵੀ ਸਾਡੇ ਹਰ ਪਿੰਡ ਤੋਂ 25 ਟਰਾਲੀਆਂ, ਤੇ ਇਹ ਵੀ ਦੱਸ ਰਹੇ ਸੀ ਵੀ ਇੱਕ ਟਰੈਕਟਰ ਮਗਰ 10-10 ਟਰੈਕਟਰ ਨੇ ਜਿਹੜੇ ਜੋੜ ਕੇ ਉਹ ਟਰੈਕਟਰ ਜਿਵੇਂ ਆ ਲੈ ਕੇ ਆ ਰਹੇ ਆ। ਪੂਰੇ ਘੱਟੋ ਘੱਟ ਮੈਂ ਸਮਝਦਾ ਜੇ ਘੱਟੋ ਘੱਟ 3-4 ਲੱਖ ਬੰਦਾ ਪੰਜਾਬ ਤੋਂ ਹੋਰ ਆਊਗਾ, ਜਿਹੜਾ ਆ ਬੈਠਾ, ਉਹ ਤੋਂ ਇਲਾਵਾ 3 ਲੱਖ ਬੰਦਾ ਹਰਿਆਣੇ ਤੋਂ, ਲੱਖ ਯੂਪੀ, ਉਰੇ ਤਾਂ 7-8 ਲੱਖ ਬੰਦਾ ਉਧਰ ਨਵਾਂ ਦਿੱਲੀ 'ਚ ਵੜੂਗਾ। ਦਿੱਲੀ ਅੰਦਾਜ਼ਾ ਲਾਓ ਵੀ ਬਣੂਗਾ ਕੀ। ਦਿੱਲੀ ਪੁਲਿਸ ਨੇ ਆਖਿਆ ਕਿ ਇਹ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੇ, ਸ਼ਰਮਨਾਕ ਤਸਵੀਰਾਂ ਸਾਹਮਣੇ ਆਉਣਗੀਆਂ, ਐਮਬੈਰਸ ਹੋਊਗਾ ਮੁਲਕ ਦੁਨੀਆ ਭਰ ਦੇ ਅੱਗੇ ਜੇਕਰ ਇਹ ਕਿਸਾਨੀ ਮਾਰਚ ਹੋਇਆ। ਸੁਪਰੀਮ ਕੋਰਟ ਨੇ ਉਹ ਅਪੀਲ ਠੁਕਰਾਤੀ ਉਹਨਾਂ ਦੀ। ਦਿੱਲੀ ਪੁਲਿਸ ਨੇ ਬਿਲਕੁਲ ਨਹੀਂ ਕਿਹਾ।
ਦਿੱਲੀ ਪੁਲਿਸ ਦੇ ਕਿਸੇ ਅਫਸਰ ਨੇ ਹੂੰ ਉਹਨੇ ਕਿਹਾ ਦਿੱਲੀ ਪੁਲਿਸ ਤਾਂ ਆਪਣੇ ਨਾਲ ਆ, ਇਹ ਤਾਂ ਉਹੀ ਇਹ ਤਾਂ ਕਿਸਾਨਾਂ ਦੇ ਪੁੱਤ ਨੇ। ਪਰ ਜਿਹੜੀ ਅਪੀਲ ਪਾਈ ਸੀ ਉਸ ਅਪੀਲ ਦੇ ਵਿੱਚ ਪਟੀਸ਼ਨ 'ਚ ਉਹਨਾਂ ਨੇ ਆਖਿਆ ਸੀ ਸੁਪਰੀਮ ਉਹ ਕੋਰਟ ਦੇ ਕਹਿੰਦੇ ਸੀ ਵੀ 26 ਦਾ ਜਿਹੜਾ ਹੈ ਉਹ ਤੁਸੀਂ ਇਹਨੂੰ ਰੋਕ ਦਿਓ। ਹੂੰ ਉਹਨਾਂ ਨੂੰ ਵੀ ਪਤਾ ਵੀ ਇਦੋਂ ਵੱਧ ਹੋਰ ਮਾੜੀ ਹੋਊਗੀ, ਰੁਕਣਾ ਤਾਂ ਹੈ ਨਹੀਂ। ਜੀ ਉਹ ਤੁਹਾਨੂੰ ਪਤਾ ਸੀ ਉਹ ਇੰਨੀ ਕਿ ਉਹ ਮਾੜੀ ਜੀ ਆਪਣੀ ਇੱਜ਼ਤ ਬਚਾ ਗਏ ਇਸ ਗੱਲ 'ਚ ਬਈ ਰਹਿਣ ਦਿਓ। ਪਰ ਜਿਹੜਾ ਅੱਜ ਫੂਲਕਾ ਸਾਹਿਬ ਦੁਬੇ ਸਾਹਿਬ ਸਾਰੇ ਅੱਜ ਜਿਹੜਾ ਪੇਸ਼ ਨਹੀਂ ਹੋਏ ਨਾ, ਇਹ ਕਿਤੇ ਨਾ ਕਿਤੇ ਲੱਗਿਆ ਵੀ ਸੁਪਰੀਮ ਕੋਰਟ ਵੀ ਜਿਹੜਾ ਉਹ ਮੋਦੀ ਸਾਹਿਬ ਦੇ ਦਬਾਅ ਥੱਲੇ ਆ, ਜਿਹੜਾ ਉਹ ਫੈਸਲਾ ਜੇ ਉਲਟ ਨਹੀਂ ਤਾਂ ਹੱਕ 'ਚ ਵੀ ਨਹੀਂ ਕਰਨ ਜੋਗਾ ਤੇ ਵਿੱਚ ਵਿਚਾਲੇ ਲਮਕਾਤਾ। ਇਹਦੇ ਨਾਲ ਦੋਨੋਂ ਪਾਸੇ ਹੀ ਨਾ ਤਾਂ ਕਿਸਾਨਾਂ ਨੂੰ ਖੁਸ਼ ਕਰ ਸਕੇ, ਨਾ ਹੀ ਸਰਕਾਰ ਨੂੰ ਖੁਸ਼ ਕਰ ਸਕੇ, ਨਾ ਉਧਰ ਦੇ ਨਾ ਉਧਰ ਦੇ। ਕਹਿੰਦੇ ਫੇਅਰ ਪਲੇ ਦਾ ਫੈਸਲਾ ਹੈ, ਕਿਸੇ ਧਿਰ ਦੀ ਜਿੱਤ ਨਹੀਂ ਹੈ, ਫੇਅਰ ਪਲੇ ਜਾਨੀ ਕਿ ਦੋਨਾਂ ਧਿਰਾਂ ਦੇ ਲਈ ਇਹ ਕਹਿ ਲਓ ਕਿ ਰਸਤਾ ਕੱਢਿਆ ਗਿਆ ਹੈ। ਨਹੀਂ ਫਿਰ ਅਸੀਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਸੀ, ਕਿਸਾਨਾਂ ਨੇ ਤਾਂ ਕਿਹਾ ਸੀ ਸਾਡੇ ਨਾਲ ਲੋੜ ਹੀ ਨਹੀਂ ਫੇਅਰ ਪਲੇ ਦੀ, ਅਸੀਂ ਸੈਂਟਰ ਨਾਲ ਸਿੱਧਾ ਸਾਡੀ ਟੱਕਰ ਆ, ਉਹਨੇ ਇਹ ਕਾਨੂੰਨ ਬਣਾਇਆ, ਅਸੀਂ ਆਪਣੇ ਆਪ ਰੱਦ ਕਰਾ ਲਾਂਗੇ ਜੇ ਸਾਡੇ 'ਚ ਜਾਨ ਹੋਊ। ਤੁਸੀਂ ਕਾਹਨੂੰ ਇਹਦੇ ਵਿੱਚ ਇੰਟਰਵੀਨ ਕਰਦੇ ਹੋ? ਤੇ ਇਸ ਕਰਕੇ ਨਾਲੇ ਅੱਜ 6 ਮਹੀਨੇ ਬਾਅਦ, ਤੇ ਦੂਜੀ ਗੱਲ ਤੁਸੀਂ ਤਾਂ ਮਤਲਬ ਸੋਚ ਹੀ ਨਹੀਂ ਸਕਦੇ। ਤੁਸੀਂ ਅੱਜ ਜਿਹੜੇ 70 ਬੰਦੇ, ਜੇ ਅਸੀਂ 70 ਤੋਂ ਕੱਲ ਤਿੰਨ ਸ਼ਹੀਦ ਹੋ ਗਏ, ਇੰਨੇ ਬੰਦੇ ਸ਼ਹੀਦ ਕਰਾ ਕੇ ਅਸੀਂ ਸਸਪੈਂਡ ਕਰਾ ਕੇ ਮੁੜਨਾ, ਫਿਰ ਸਾਡੇ ਫਿੱਟੇ ਮੂੰਹ ਆ। ਇੰਨੇ ਬੰਦੇ ਲੱਖਾਂ ਜਿਹੜੀਆਂ ਸਾਡੀਆਂ ਮਾਵਾਂ ਏ, ਜਿਹੜੀਆਂ ਕਦੇ ਆ ਮਖਵਲ ਗੱਦਿਆਂ ਤੋਂ ਬਗੈਰ ਨਹੀਂ ਪਈਆਂ ਸੀ, ਅੱਜ ਉਹ ਸੜਕਾਂ ਤੇ ਦਿੱਲੀ ਦੇ ਰੁਲ ਰਹੀਆਂ। ਜਿਹੜੇ ਬੱਚੇ ਸਾਡੇ ਪਾਲਣੇ 'ਚ ਲੱਖਾਂ ਰੁਪਈਆਂ ਦੇ 'ਚ ਪੈਂਦੇ ਆ ਕਿਸਾਨ ਦੇ, ਤੇ ਅੱਜ ਉਹ ਵਿਚਾਰੇ ਸੜਕਾਂ ਤੇ ਪਏ ਆ। ਮੀਂਹ 3 ਦਿਨ ਪਿਆ ਤੇ ਉਹ ਸੜਕਾਂ 'ਚ ਭਿੱਜ ਰਹੇ ਸੀ, ਤੇ ਫਿਰ ਅਸੀਂ ਇੰਨਾ ਕੁਝ ਕੀਤਾ ਤੇ ਇਸ ਖਾਤਰ ਵੀ ਸਸਪੈਂਡ ਕਰਾ ਕੇ ਮੁੜ ਜਾਈਏ ਉਹ ਵੀ ਕੋਰਟ ਤੋਂ। ਇਹ ਤਾਂ ਸਰਕਾਰ ਦਾ ਹੀ ਮੂੰਹ ਮੋੜਾਂਗੇ ਜਿਹਨੇ ਇਹ ਹਿੰਮਤ ਕੀਤੀ ਆ। ਕਿਸਾਨ ਦੇ ਬਹੁਤ ਕਹਿਣ ਦੇ ਬਾਵਜੂਦ ਉਹ ਕਿਵੇਂ ਮੁੜੇ? ਉਹ ਜਿਹੜੇ ਸਾਡੇ ਲੋਕ ਕੁੱਟੇ, ਸਾਡੇ ਬਜ਼ੁਰਗਾਂ ਦੇ ਡਾਂਗਾ ਮਾਰੀਆਂ, ਉਹਦਾ ਕੌਣ ਫੈਸਲਾ ਕਰੂ? ਤੇ ਆ 70 ਬੰਦੇ ਨੇ 302 ਸਰਕਾਰ ਨੂੰ ਲਾ ਕੇ ਪਹਿਲਾਂ ਨਾ 302 ਦੇ ਮੁਕੱਦਮੇ ਜਿਹੜੀ ਸਰਕਾਰ ਤੇ ਦਰਜ ਕਰਨੇ ਚਾਹੀਦੇ ਸੀ। ਕਰੇਗਾ ਕੌਣ? ਉਹ ਜ਼ਰੂਰਤ ਹੀ ਨਹੀਂ ਕੋਈ ਕਰਨੀ। 24 ਤੋਂ ਬਾਅਦ ਫਿਰ ਇਹ ਕਿਹੜਾ ਕੁੰਭ ਦਾ ਮੇਲਾ ਵੀ ਸਰਕਾਰ ਦੁਬਾਰਾ ਬਦਲਣੀ ਗੀ? ਜਿੱਦਣ ਬਦਲ ਨੂੰ 24 ਤੋਂ ਬਾਅਦ ਉਦੋਂ ਸਾਰਾ ਕੁਝ ਹੋ ਜਾਊਗਾ। ਹੁੰਦਾ ਹੀ ਆਇਆ ਅੱਗੇ। ਗੱਲ ਤਾਂ ਸਰਕਾਰਾਂ ਦੀ ਆ, ਤੇ ਸਰਕਾਰ ਹਰ 5 ਸਾਲ ਬਾਅਦ ਬਦਲਦੀ ਆ, ਤੇ ਉਹ 24 ਤੋਂ ਬਾਅਦ ਬਦਲ ਜੂਗੀ। ਕਾਂਗਰਸ ਪਾਰਟੀ ਕਿਵੇਂ ਦੇਖਦੀ ਹੈ ਅੱਜ ਦੇ ਫੈਸਲਿਆਂ ਨੂੰ ਜਿਹੜੇ ਵੀ ਸੁਪਰੀਮ ਕੋਰਟ ਤੋਂ ਆਏ ਨੇ? ਦੇਖੋ ਅਸੀਂ ਇਸ ਵੇਲੇ ਪਹਿਲਾਂ ਜਿਵੇਂ ਤੁਹਾਨੂੰ ਕਹਿਤਾ ਵੀ ਇਹ ਸਾਡਾ ਪੰਜਾਬ ਦੇ ਕਿਸਾਨਾਂ ਦਾ ਧਰਨਾ ਜੀ। ਕਾਂਗਰਸ ਪਾਰਟੀ ਦਾ ਜਿਹੜਾ ਅਫੀਸ਼ੀਅਲ ਵਿਊ ਆ ਉਹ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਦੇਣਗੇ, ਜਾਂ ਕਾਂਗਰਸ ਪਾਰਟੀ ਆਪਣਾ ਜਾਰੀ ਕਰੇਗੀ ਪ੍ਰੈਸ ਨੋਟ। ਅਸੀਂ ਕਾਂਗਰਸ ਪਾਰਟੀ ਬਾਰੇ ਇਸ ਵੇਲੇ ਜੇ ਮੈਂ ਕਹਾਂ ਉਹ ਗਲਤ ਗੱਲ ਹੋਏਗੀ ਜੀ। ਪਰ ਤੁਸੀਂ ਆਪਣੇ ਤੌਰ ਦੇ ਉੱਤੇ ਕਹਿ ਰਹੇ ਹੋ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਧਰਨਾ ਨਹੀਂ। ਮੈਂ ਕਹਾਂ ਜੀ 100% ਆ ਸਾਡੇ ਐਮਪੀ ਬੈਠੇ ਆ ਸਾਡੇ ਐਮਐਲਏ ਸਬਾਨ ਬੈਠੇ ਆ। ਅਸੀਂ ਉਹਨਾਂ ਚਿਰ ਜਿੰਨਾ ਚਿਰ ਇਹ ਕਾਨੂੰਨ ਸਾਡੀ ਛੱਡੋ, ਸਾਡੀ ਤਾਂ ਗੱਲ ਕਿਸਾਨਾਂ ਦੇ ਨਾਲ ਆ। ਜਿੱਦਣ ਉਹ ਕਿਸਾਨ ਜੋ ਕਹਿਣਗੇ ਅਸੀਂ ਤਾਂ ਉਹ ਕਰਨਾ। ਅੱਜ ਉਹ ਕਹਿ ਰਹੇ ਆ ਵੀ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮੰਨਦੇ, ਅਸੀਂ ਕਹਿ ਰਹੇ ਆ ਨਹੀਂ ਮੰਨਦੇ। ਅੱਜ ਅਸੀਂ ਇਹ ਕਾਨੂੰਨ ਦਾ ਫੈਸਲਾ ਵੀ ਨਾਲ ਹੀ ਉਹ 3 ਕਾਨੂੰਨਾਂ ਦੇ ਨਾਲ ਰੱਦੀ ਛੱਡਦੇ ਆ। ਜਿਹੜਾ 26 ਜਨਵਰੀ ਦਾ ਕਿਸਾਨੀ ਮਾਰਚ ਉਹਨੂੰ ਲੈ ਕੇ ਵੀ ਹੁਣ ਚਰਚਾਵਾਂ ਚੱਲ ਰਹੀਆਂ ਨੇ। ਕੁਝ ਕਿਸਾਨ ਆਗੂ ਵੀ ਇਹ ਸੋਚਦੇ ਨੇ ਕਿ ਜੇ ਮਸਲਾ ਹਿੰਸਕ ਹੋ ਗਿਆ ਤਾਂ ਹਾਲਾਤ ਜਿਹੜੇ ਨੇ ਹੱਥੋਂ ਨਿਕਲ ਸਕਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਦੀ ਵਿਉਂਤਬੰਦੀ ਹੋਣੀ ਚਾਹੀਦੀ ਹੈ, ਰਣਨੀਤੀ ਹੋਣੀ ਚਾਹੀਦੀ ਹੈ? ਦੇਖੋ ਕਿਸਾਨਾਂ ਨੇ ਇੱਕ ਇਹ ਤਾਂ ਕਿਹਾ ਹੀ ਨਹੀਂ ਵੀ ਅਸੀਂ 26 ਜਨਵਰੀ ਪਰੇਡ 'ਚ ਵੜਨਾ। ਉਹ ਤਾਂ ਨਹੀਂ ਇਹ ਕਹਿੰਦੇ ਵੀ ਅਸੀਂ ਆ ਕੇ ਇੱਥੇ ਡਿਸਟਰਬ ਕਰਨੀ ਆ। ਪਰ ਦਿੱਲੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਨਹੀਂ ਪਰਮਿਸ਼ਨ ਨਹੀਂ ਦੇਵਾਂਗੇ। ਦੇਖੋ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਹੋ ਰਿਹਾ। ਹਰ ਘਰ 'ਚੋਂ ਕਿਸਾਨ ਬੈਠਾ, ਹਰ ਕਿਸਾਨ ਘਰ 'ਚੋਂ ਨਿਕਲਣਾ ਹੈ। ਕਿਹਨੂੰ ਰੋਕ ਲਓਗੇ ਜੀ? ਦਿੱਲੀ 'ਚ ਕਿਤੇ ਕਿਸਾਨਾਂ ਦੇ ਘਰ ਨਹੀਂ ਗਏ। ਲੋਕਾਂ ਦੇ ਮੇਰੇ ਘਰ 'ਚ ਆ ਕੇ ਜੇ 50 ਬੰਦੇ ਰਹਿਣਗੇ ਰਾਤ ਨੂੰ ਤੇ ਮੈਨੂੰ ਕੀ ਘਰੋਂ ਕੱਢ ਦੇਣਗੇ ਉਹ ਬੰਦਿਆਂ ਨੂੰ? ਐਂ ਹੀ ਸਾਰੇ ਜਿਹੜੇ ਪੰਜਾਬੀ ਨੇ, ਜਿਹੜੇ ਹਰਿਆਣਵੀ ਨੇ, ਜਿਹੜੇ ਦਿੱਲੀ ਵਾਲੇ, ਉਹ ਆਪਣੇ ਘਰਾਂ 'ਚ ਰੱਖਣਗੇ ਲੋਕਾਂ ਨੂੰ। ਸਮਝੇ ਨਾ ਗੱਲ? ਉਹਨਾਂ ਨੂੰ ਕਿਵੇਂ ਰੋਕ ਲੈਣਾ? ਉੱਥੇ ਕਿਹੜੀ ਦਫ਼ਾ 44 ਲਾ ਦੇਣਗੇ ਜੀ? ਅੱਜ ਤੋਂ ਹੀ ਆਉਣ ਲੱਗ ਜਾਣਾ ਉਹਨਾਂ ਨੂੰ ਤਾਂ ਕਹਿ ਤਾ 24 ਤੋਂ ਪਹਿਲਾਂ ਸਾਰੇ ਆਪਣੀ ਜਗ੍ਹਾ ਲੈ ਲਓ। ਕਿਵੇਂ ਰੋਕੋਗੇ? ਜਾਂ ਤਾਂ ਗੋਲੀ ਮਾਰੋਗੇ 84 ਬਣਾਓਗੇ। ਗੱਲ ਤਾਂ ਇੱਕੋ ਹੀ ਆ ਨਾ। ਉਹਨਾਂ ਨੂੰ ਤੁਸੀਂ ਜਿਹੜੀ ਆ ਉਹ ਈਅਰ ਮਾਰਕ ਕਰ ਦੋ, ਆ ਸੜਕਾਂ ਉੱਥੇ ਉਹ ਕਰਨਗੇ, ਅਸੀਂ ਬਰਾਬਰ ਪਰੇਡ ਆਪਣੀ ਕਰਾਂਗੇ। ਅੱਛਾ ਬਿੱਟੂ ਜੀ, ਤੁਸੀਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣਾ ਜਿਹੜਾ ਜੇ ਉਹਨਾਂ ਨੂੰ ਇਹ ਰੋਕਦੇ ਆ, ਸਾਡੇ ਕੋਲ ਤਾਂ ਸਰਕਾਰੀ ਪਾਸ ਆਉਂਦੇ ਆ, ਐਮਪੀਆਂ ਕੋਲ ਤਾਂ ਸਰਕਾਰੀ ਪਾਸ ਆਉਂਦੇ ਆ 26 ਜਨਵਰੀ ਪਰੇਡ ਦੇਖਣ ਨੂੰ। ਅਸੀਂ ਉੱਥੇ ਨਾਰੇ ਲਾਵਾਂਗੇ ਜਾ ਕੇ, ਜਿੱਥੇ ਸਾਰੇ ਦੁਨੀਆ ਦੇ ਡਿਪਲੋਮੈਟ ਬੈਠੇ ਹੋਣਗੇ। ਜਾਓਗੇ ਤੁਸੀਂ? 100% ਜਾਵਾਂਗੇ। ਇਹ ਕੀ ਸ਼ੱਕ ਦੀ ਗੱਲ ਆ? ਹੋਰ ਫਿਰ ਐਮਪੀ ਸਾਨੂੰ ਕੀ ਚਾਰ ਪਾਉਣਾ ਕਿਸੇ ਨੇ ਸਾਤੋਂ? ਇਸੇ ਕੰਮ ਲਈ ਬਣਾਇਆ, ਤੇ ਇਸ ਕਰਕੇ ਠੋਕ ਵਜਾ ਕੇ ਜਾਵਾਂਗੇ। ਆਪਣੇ ਜਿੰਨੇ ਵੀ ਅਸੀਂ ਐਮਪੀ ਬੈਠੇ ਆ ਤਿੰਨੋਂ ਉਰੇ, ਅਸੀਂ ਸਾਨੂੰ ਜਿਹੜੇ ਸਰਕਾਰੀ ਕਾਰਡ ਆਉਣਗੇ ਉਹਦੇ ਉੱਤੇ ਜਾਵਾਂਗੇ ਵੀ, ਤੇ ਜਿੱਥੇ ਵਾਹ ਲੱਗੂਗੀ ਉਨੀ ਲਾਵਾਂਗੇ।
ਅੱਛਾ, ਖੇਤੀ ਆਰਡੀਨੈਂਸਾਂ ਨੂੰ ਲੈ ਕੇ ਰਵਨੀਤ ਬਿੱਟੂ ਹੁਣਾਂ ਨੇ ਜਿਹੜਾ ਆਪਣਾ ਪੋਲੀਟੀਕਲ ਸਟੈਂਡ ਹੁਣ ਤੱਕ ਰਿਹਾ, ਉਹਦੇ 'ਚ ਜਿਹੜਾ ਬਦਲਾਅ ਕੀਤਾ, ਜਿਸ ਤਰੀਕੇ ਨਾਲ ਤੁਸੀਂ ਆਖਿਆ ਕਿ ਆਰਡੀਨੈਂਸ ਰੱਦ ਹੁੰਦੇ ਨੇ ਤੇ ਉਸ ਤੋਂ ਬਾਅਦ ਰਾਜੋਆਣਾ ਦੀ ਵੀ ਰਿਹਾਈ ਹੁੰਦੀ ਤਾਂ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ, ਇਹ ਸਟੈਂਡ ਕਿਸਾਨਾਂ ਦੇ ਲਈ ਲਿਆ ਤੁਸੀਂ? ਕਿਉਂਕਿ ਹੁਣ ਤੱਕ ਤੁਹਾਡੇ ਪਰਿਵਾਰ ਨਾਲ ਜੋ ਕੁਝ ਹੋਇਆ ਉਹਨੂੰ ਲੈ ਕੇ ਤੁਸੀਂ ਹਮੇਸ਼ਾ ਹੀ ਇਤਰਾਜ਼ ਜਤਾਇਆ ਸੀ, ਪਰ ਇਸ ਮਸਲੇ ਦੇ ਉੱਤੇ ਤੁਸੀਂ ਉਹ ਵੀ ਸਮਝੌਤਾ ਕਰਨ ਨੂੰ ਤਿਆਰ ਹੋ। ਮੈਂ ਤੁਹਾਨੂੰ ਦੱਸਦਾ ਗੱਲ ਕੀ ਹੋਈ। ਇਹ ਹਫਤਾ ਪਹਿਲਾਂ ਇੱਕ ਸਰਕਾਰ ਨੇ ਕਿਸੇ ਤੋਂ ਜਾਣਬੁੱਝ ਕੇ PIL ਪਵਾਈ ਜੀ, PIL ਪਾਈ, ਤੇ ਸਭ ਤੋਂ ਇਹਨਾਂ ਦੇ ਸੀਨੀਅਰ ਮੋਸਟ ਜਿਹੜੇ ਲਾਇਰ ਸੀ ਰਸਤੋਗੀ, ਜਿਹੜੇ ਪਹਿਲਾਂ ਸੋਲਿਸਿਟਰ ਜਨਰਲ ਰਹੇ ਆ ਤੇ ਬਹੁਤ ਨੇੜੇ ਸੀ ਆਪਣੇ ਜਿਹੜੇ ਪਹਿਲੇ ਫਾਈਨੈਂਸ ਮਿਨਿਸਟਰ ਆਪਣੇ ਉਹਨਾਂ ਦੇ, ਤੇ ਅਮਿਤ ਸ਼ਾਹ ਜੀ ਦੇ, ਸਾਰੇ ਉਹ ਪੇਸ਼ ਹੁੰਦੇ ਆ ਤੇ ਜੇਟਲੀ ਸਾਹਿਬ ਦੇ। ਇਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਰਡਰ ਦਿੰਦੇ ਆ ਵੀ 26 ਤਰੀਕ ਇੱਕ ਬਹੁਤ ਵਧੀਆ ਦੇਣਾ ਤੇ ਬਹੁਤ ਖੁਸ਼ਹਾਲ ਦੇਣਾ, ਉਦਣ ਤੁਸੀਂ ਇਹ ਜਿਹੜਾ ਇਹਨਾਂ ਨੂੰ ਮਾਫ ਕਰੋ। ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਸੀ ਵੀ ਹੁਣ ਸਾਡੇ ਨਾਲ ਪੰਜਾਬ ਦਾ ਤਾਂ ਕੋਈ ਬੰਦਾ ਰਿਹਾ ਨਹੀਂ ਤੇ 2020 ਵਾਲੇ ਖਾਲਿਸਤਾਨੀ ਫੰਡਾਮੈਂਟਲਿਸਟ ਇਹਨਾਂ ਨੂੰ ਖੁਸ਼ ਕਰ ਲਈਏ ਤੇ ਉਹਦੇ ਨਾਲ ਕੋਈ ਵੀ ਕਨਫਲਿਕਟ ਹੋ ਸਕਦਾ ਸੀ। ਤੇ ਜਦੋਂ ਇਹ ਖਬਰ ਆਈ ਤੇ ਅਸੀਂ ਸਾਰਿਆਂ ਨੇ, ਕਾਂਗਰਸੀਆਂ ਨੇ, ਪਰਿਵਾਰ ਨੇ ਬਹਿ ਕੇ ਸਾਰਿਆਂ ਨੇ ਸੋਚਿਆ ਵੀ ਆਪਾਂ ਕਿਸਾਨੀ ਪਿੱਛੇ, ਜਦੋਂ ਕਿ ਇਹ ਕੋਈ ਰਾਜਨੀਤੀ ਖੇਡ, ਉਹ ਤੋਂ ਬਾਦਲ ਨੇ ਕਹਿਤਾ ਜੀ ਇਹਨੂੰ ਚਿੱਠੀ ਮਾਫ ਕਰੋ, ਕਿਉਂਕਿ ਇਹਦਾ ਹੀ 2 ਨੰਬਰ ਦਾ ਪਲੇਅਰ ਅੱਜ ਵੀ, ਉਹ ਪਤਾ ਨਹੀਂ ਇਹਨਾਂ ਦੀ ਕੀ ਗੇਮ ਸੀ। ਤੇ ਉਦੋਂ ਪਹਿਲਾਂ ਅਸੀਂ ਉਹ ਕਹਿੰਦਾ ਵੀ ਭਾਈ ਅਸੀਂ ਚਾਹੇ CBI ਆ, ਚਾਹੇ ਕੋਰਟ ਨੇ, ਚਾਹੇ ਕਿਤੇ ਵੀ ਆ, ਅਸੀਂ ਹੱਥ ਜੋੜ ਕੇ ਕਹਿੰਦੇ ਆ, ਮਾਫੀ ਵਾਲਾ ਸ਼ਬਦ ਵੀ ਨਹੀਂ। ਫਿਰ ਅਗਲੇ ਕਹਿਣਗੇ ਜੀ ਮਾਫ ਤਾਂ ਅਸੀਂ ਤਾਂ ਮਾਫੀ ਮੰਗਣੀ ਨਹੀਂ, ਅਸੀਂ ਤਾਂ ਨਹੀਂ, ਇਸ ਕੰਮ 'ਚ ਵੀ ਨਹੀਂ ਪੈਣਾ ਵੀ ਸਾਰੇ ਕੇਸ ਵਾਪਸ। ਤੁਸੀਂ ਜਲਦੀ ਤੋਂ ਜਲਦੀ ਸਾਨੂੰ ਰਾਸ਼ਟਰਪਤੀ ਜੀ ਕੋਲ ਲੈ ਜਾਓ, ਸਾਨੂੰ ਪ੍ਰਧਾਨ ਮੰਤਰੀ ਜੀ ਕੋਲ ਲੈ ਜਾਓ, ਹੋਮ ਮਿਨਿਸਟਰ ਕੋਲ ਲੈ ਜਾਓ। ਤੁਹਾਡੇ ਰਾਹੀਂ ਅਸੀਂ ਹੱਥ ਜੋੜ ਕੇ ਕਹਿੰਦੇ ਆ ਵੀ ਰਾਜੋਆਣੇ ਨੂੰ, ਹਵਾਰੇ ਨੂੰ, ਜਿਹਨੂੰ ਛੱਡਣਾ ਛੱਡ ਦਿਓ। ਅਸੀਂ ਜੇ ਕਿਸਾਨ ਹੀ ਨਾ ਬਚਿਆ, ਪੰਜਾਬ ਹੀ ਨਾ ਬਚਿਆ, ਅਸੀਂ ਲੜ ਕੇ ਕੀ ਲੈਣਾ ਕਿਸੇ ਤੋਂ ਜੀ? ਗੱਲ ਪੰਜਾਬ ਦੀ ਆ ਇਸ ਵੇਲੇ, ਨਾ ਕੋਈ ਸਿਆਸਤ ਦੀ ਆ। ਪਰ ਇਹ 26 ਤੋਂ ਪਹਿਲਾਂ ਹੁਣ ਪਤਾ ਨਹੀਂ ਕੀ ਸਿਆਸਤ ਖੇਡਣਗੇ, ਜਿਹੜਾ ਉਹ ਕੋਰਟ 'ਚ ਇਹਨਾਂ ਨੇ ਇਹ ਗੱਲ ਕਰਵਾਈ ਆ। ਪਰ ਅਸੀਂ ਉਦੋਂ ਪਹਿਲਾਂ ਇਹਨਾਂ ਦਾ ਕੀ ਇਹ ਕਹਿ ਦਿੰਦੇ ਜੀ ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਜਾਂ ਕਾਂਗਰਸ ਕਹਿ ਦਈਏ ਵੀ ਨਹੀਂ ਛੱਡਣਾ, ਉਹਦੇ ਨਾਲ ਭੜਕਾਟ ਕੋਈ ਪੈਦਾ ਕਰ ਦਿੰਦੇ, ਹੋਰ ਕੋਈ ਐਸੀ 2020 ਖਾਲਿਸਤਾਨੀ ਵਾਲੇ ਤੋਂ ਗੱਲ। ਇਹਨਾਂ ਦਾ ਮਨਸੂਬਾ ਕੀ ਪਤਾ ਕੀ ਸੀ ਇਹਦੇ ਪਿੱਛੇ, ਜਿਹੜਾ ਇਹ 4 ਦਿਨ ਪਹਿਲਾਂ ਕੋਰਟ 'ਚ ਗਏ ਨੇ, ਸੁਪਰੀਮ ਕੋਰਟ ਤੋਂ ਇਹ ਆਰਡਰ ਕਰਵਾਏ ਨੇ। ਤੇ ਅਸੀਂ ਕਿਹਾ ਵੀ ਕੋਈ ਐਸੀ ਗੱਲ ਨਾ ਹੋ ਜੇ, ਪਹਿਲਾਂ ਹੀ ਬਹੁਤ ਗਵਾ ਲਿਆ, ਇਸ ਮੁੱਦੇ ਤੇ ਅਸੀਂ ਸਭ ਕੁਝ ਛੱਡਣ ਨੂੰ ਤਿਆਰ, ਸਭ ਕੁਝ ਭੁੱਲਣ ਨੂੰ ਤਿਆਰ ਹੋ ਖੇਤੀ ਆਰਡੀਨੈਂਸਾਂ ਪਿੱਛੇ। ਸੋ ਇਹ ਵੱਡਾ ਬਿਆਨ ਹੈ ਰਵਨੀਤ ਬਿੱਟੂ ਹੋਣਾ ਦਾ, ਕਿਉਂਕਿ ਪਰਿਵਾਰ ਦੀ ਸਿਆਸਤ ਜਿਹੜੀ ਹੈ ਉਹ ਹਮੇਸ਼ਾ ਇਹੀ ਰਹੀ ਹੈ ਕਿ ਤੁਹਾਨੂੰ ਵੀ ਪਤਾ ਹੈ ਕਿ ਰਾਜੋਆਣਾ ਨੂੰ ਲੈ ਕੇ, ਹਵਾਰਾ ਨੂੰ ਲੈ ਕੇ ਰਵਨੀਤ ਬਿੱਟੂ ਹੋਣਾ ਦਾ, ਇਹਨਾਂ ਦੇ ਪਰਿਵਾਰ ਦਾ ਕੀ ਸਟੈਂਡ ਲਿਆ। ਪਰ ਖੇਤੀ ਆਰਡੀਨੈਂਸਾਂ ਦੇ ਲਈ ਉਹਨਾਂ ਨੇ ਆਖਿਆ ਕਿ ਉਹ ਆਪਣੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਛੱਡਣ ਨੂੰ ਤਿਆਰ ਨੇ, ਉਹ ਸਾਰੇ ਕੇਸ ਵਾਪਸ ਲੈਣ ਨੂੰ ਤਿਆਰ ਨੇ, ਪਰ ਇਹ ਖੇਤੀ ਆਰਡੀਨੈਂਸ ਰੱਦ ਹੋਣੇ ਚਾਹੀਦੇ ਨੇ। ਅਸੀਂ ਪਹਿਲਾਂ ਹੀ ਬਹੁਤ ਕੁਝ ਗਵਾ ਲਿਆ, ਹੁਣ ਕਿਸਾਨਾਂ ਦੀ ਇਸ ਲੜਾਈ ਦੇ ਵਿੱਚ ਅਸੀਂ ਵੱਖਰੇਵੇਂ ਪੈਦਾ ਨਹੀਂ ਹੋਣ ਦੇਵਾਂਗੇ। ਸੋ ਕਿਸਾਨ ਸੰਘਰਸ਼ ਜਿੱਥੇ ਇੱਕ ਪਾਸੇ ਚੱਲ ਰਿਹਾ, ਉੱਥੇ ਦੂਜੇ ਪਾਸੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਪਾਰਟੀ ਦੇ, ਉਹਨਾਂ ਵੱਲੋਂ ਵੀ ਧਰਨਾ ਲਗਾਇਆ ਹੋਇਆ। ਅੱਜ 37 ਦਿਨ ਹੋ ਚੁੱਕੇ ਨੇ ਤੇ ਇਹਨਾਂ ਵੱਲੋਂ ਵੀ ਐਲਾਨ ਇਹੀ ਕੀਤਾ ਗਿਆ ਹੈ ਕਿ ਜਦੋਂ ਤੱਕ ਖੇਤੀ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ ਅਸੀਂ ਵੀ ਇਹ ਧਰਨਾ ਨਹੀਂ ਚੁੱਕਾਂਗੇ। ਜੰਤਰ ਮੰਤਰ ਤੋਂ ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖ ਸੋਹਲ, ਔਨ ਏਅਰ TV।